ਲੋਕ ਕਹਿੰਦੇ ਐਤਕੀ ਆਮ ਆਦਮੀ ਪਾਰਟੀ ਦੀ ਹਵਾ ਬਹੁਤ ਹੈ। 2017 ਦੇ ਵਿੱਚ ਉਹਨਾਂ ਦੇ 20 ਕੀ 22 ਐਮਐਲਏ ਸੀ, ਠੀਕ ਹੈ ਜੀ। ਤੇ ਉਹ ਵੀ ਜਿਹੜੇ ਐਮਐਲਏ ਨੇ ਉਹ 5 ਸਾਲਾਂ 'ਚ ਇਕੱਠੇ ਨਹੀਂ ਰਹਿ ਸਕੇ। ਹੁਣ ਜਿੰਨੇ ਵੀ ਇੱਥੇ ਲੋਕ ਬੈਠੇ ਸਾਰਿਆਂ ਦੇ ਘਰ 'ਚ ਝਾੜੂ ਤਾਂ ਹੋਊਗਾ, ਝਾੜੂ ਨਾਲ ਵਿਹੜਾ ਸਾਫ਼ ਕਰੀਦਾ। ਸਾਲ ਨਹੀਂ ਤਾਂ 1.5 ਸਾਲ ਨਹੀਂ ਤਾਂ 2 ਸਾਲ ਬਾਅਦ ਝਾੜੂ ਦੀਆਂ ਤੀਲੀਆਂ ਖਿਲਰਨੀਆਂ ਸ਼ੁਰੂ ਹੋ ਹੀ ਜਾਂਦੀਆਂ ਨੇ। ਤਾਂ ਇਹ ਜੇ ਇਹਨਾਂ ਦੀ ਸਰਕਾਰ ਬਣ ਵੀ ਜਾਂਦੀ ਆ ਤਾਂ ਗੱਲ ਸਿਰਫ ਸਮੇਂ ਦੀ ਆ ਕਿ ਇਹ ਕਦੋਂ ਖਿਲਰਦੇ ਆ। ਇਹਨਾਂ ਦੀ ਜਿਹੜੀ ਪਾਰਟੀ ਆ ਉਹ ਪਿਕ ਐਂਡ ਥਰੋ ਪਾਰਟੀ ਆ ਕਿ ਜਿਹੜੇ ਦੂਸਰੀ ਪਾਰਟੀਆਂ 'ਚੋਂ ਲੋਕਾਂ ਨੇ ਛੱਡੀਆਂ ਹੋਈਆਂ ਨੇ ਜਾਂ ਕੱਢੇ ਹੋਏ ਆ ਉਹ ਇਹਨਾਂ ਦੀ 75% ਪਾਰਟੀ ਫਾਰਮ ਕਰਦੇ ਆ। ਆਮ ਆਦਮੀ ਪਾਰਟੀ ਆ ਉਹ ਕਹਿੰਦੀ ਆ ਕਿ ਅਸੀਂ ਜੇ ਸਾਡੀ ਸਰਕਾਰ ਆਉਂਦੀ ਆ ਪੰਜਾਬ ਦੇ ਵਿੱਚ ਤਾਂ ਅਸੀਂ ਲੋਕਾਂ ਦੇ ਵਿਕਾਸ ਲਈ ਸਕੂਲ ਤੇ ਹਸਪਤਾਲ ਬਣਾਵਾਂਗੇ। ਹੁਣ ਮੈਂ ਉਹਨਾਂ ਨੂੰ ਇਹ ਗੱਲ ਪੁੱਛਣਾ ਚਾਹੁੰਦਾ, ਜਦੋਂ ਕਰੋਨਾ ਦੀ ਇੰਨੀ ਭਿਆਨਕ ਬਿਮਾਰੀ ਚੱਲ ਰਹੀ ਸੀ ਤਾਂ ਉਹਨਾਂ ਦਾ ਇੱਕ ਸਿਟਿੰਗ ਐਮਐਲਏ ਸੀ ਜਿਹਨੂੰ ਦਿੱਲੀ ਦੇ ਵਿੱਚ ਬੈੱਡ ਨਹੀਂ ਮਿਲਿਆ। ਤੇ ਹੁਣ ਇਹੀ ਤੁਸੀਂ ਕੰਟਰਾਸਟ ਦੇਖੋ, ਜੇ ਉਹ ਆਪਣੇ ਐਮਐਲਏ ਦਾ ਇਹ ਹਾਲ ਹੋ ਰਿਹਾ ਤਾਂ ਉਹ ਆਪਣੇ ਵਰਗੇ ਆਮ ਲੋਕਾਂ ਦਾ ਕੀ ਬਣੂਗਾ। ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਹੈ ਖੰਨੇ ਦੇ ਵਿੱਚ, ਬਹੁਤ ਵੱਡਾ ਸ਼ਹਿਰ ਹੈ, ਆਬਾਦੀ ਬਹੁਤ ਹੈ, 1,70,000 ਦੇ ਕਰੀਬ ਜਿਹੜੀਆਂ ਨੇ ਵੋਟਾਂ ਨੇ ਸਿਰਫ ਖੰਨੇ ਸ਼ਹਿਰ ਦੀਆਂ, ਖੰਨੇ ਤਬਕੇ ਦੀ ਮੈਂ ਗੱਲ ਕਰਾਂ। ਪਰ ਸਾਰਾ ਖੰਨਾ ਪੱਟਿਆ ਪਿਆ। ਕਾਫੀ ਇਲਜ਼ਾਮ ਵੀ ਲੱਗਦੇ ਨੇ ਕੋਟਲੀ ਸਾਹਿਬ ਤੇ ਕਿ ਕੀਤਾ ਕੁਛ ਨਹੀਂ, 1000 ਕਰੋੜ ਜਿਵੇਂ ਦੱਸਦੇ ਨੇ ਕਿ ਗਲੀਆਂ ਤੇ ਲਾਤਾ ਅਸੀਂ, ਪਰ ਲੋਕ ਇਲਜ਼ਾਮ ਇਹ ਲਾਉਂਦੇ ਨੇ ਵੀ ਗਲੀਆਂ ਤੇ ਲਾਇਆ ਪਰ ਗਲੀਆਂ ਸਾਰੀਆਂ ਪੱਟੀਆਂ ਪਈਆਂ ਨੇ, 1000 ਕਰੋੜ ਕਿੱਥੇ ਗਿਆ। ਖੰਨੇ ਦੇ ਹੋਏ ਵਿਕਾਸ ਦੀ ਗੱਲ ਕਰੂੰਗਾ ਤਾਂ ਆਪਾਂ ਨੂੰ ਤਾਂ ਇੱਥੇ ਅਨਮਿੱਤਾ ਸਮਾਂ ਲੱਗ ਜੂਗਾ। ਉੱਤੋਂ ਮੈਨੂੰ ਵਿਕਾਸ ਦੀ ਗੱਲ ਕਰਨ ਦੀ ਲੋੜ ਨਹੀਂ, ਵਿਕਾਸ ਜਿਹੜਾ ਹੈਗਾ ਉਹ ਆਪਣੇ ਆਪ ਬੋਲਦਾ। ਜੇ ਆਪਾਂ ਗੱਲ ਕਰੀਏ ਜਿਹੜੀਆਂ ਟਾਈਲਾਂ ਲੱਗੀਆਂ ਨੇ, ਇੰਟਰਲੌਕ ਟਾਈਲਾਂ, ਤੁਸੀਂ ਜੇ ਹਰ ਪਿੰਡ 'ਚ ਦੇਖ ਲਓ ਤਾਂ ਹਰ ਪਿੰਡ ਦੇ ਵਿੱਚ ਹਰ ਛੋਟੀ ਤੋਂ ਛੋਟੀ ਗਲੀ ਦੇ ਵਿੱਚ ਜਿੱਥੇ ਕਾਰ ਵੀ ਨਹੀਂ ਜਾ ਸਕਦੀ ਉੱਥੇ ਇੰਟਰਲੌਕ ਟਾਈਲਾਂ ਲੱਗੀਆਂ ਹੋਈਆਂ ਨੇ। ਫਿਰ ਜੇ ਗੱਲ ਕਰੀਏ ਪਿਛਲੇ 10 ਸਾਲਾਂ ਦੇ ਵਿੱਚ ਜਿਹੜੀ ਇੱਕ ਖੰਨੇ ਦੀ 70 ਸਾਲ ਪੁਰਾਣੀ ਸਮੱਸਿਆ ਸੀ ਸੀਵਰੇਜ ਦੀ, ਉਹਦਾ ਬੜੀ ਚੰਗੀ ਪਲੈਨਿੰਗ ਤੇ ਸਿਸਟਮ ਨਾਲ ਜਿਹੜਾ ਹੱਲ ਹੋਇਆ। ਫਿਰ ਜੇ ਗੱਲ ਕਰੀਏ ਸੀਵਰੇਜ ਰੱਖਣ ਦੀ, ਜੇ ਸੀਵਰੇਜ ਇੰਸਟਾਲ ਕਰਨਾ ਤਾਂ ਸਭ ਤੋਂ ਪਹਿਲਾਂ ਉਹਦੇ ਲਈ ਸੜਕ ਤਾਂ ਪੱਟਣੀ ਪੈਣੀ ਆ। ਸੜਕ ਪੱਟੋਗੇ, ਜੇ ਬਾਰਿਸ਼ ਹੋਗੀ ਚਿੱਕੜ ਬਣੂਗਾ ਤਾਂ ਲੋਕ ਉੱਥੇ ਤੰਗ ਹੁੰਦੇ ਆ। ਹੁਣ ਮੇਰਾ ਇਹ ਮੰਨਣਾ ਹੈ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਆ ਕਿ ਜੇ ਵਿਕਾਸ ਕਰਨਾ, ਜੇ ਅੱਗੇ ਵਧਣਾ ਤਾਂ ਉਹਦੇ ਲਈ ਥੋੜੇ ਟਾਈਮ ਲਈ ਔਖਾ ਹੋਣਾ ਪੈਣਾ, ਪਰ ਉਸ ਤੋਂ ਅੱਗੇ ਕਾਫੀ ਉਹਦੇ ਨਾਲ ਕੰਮ ਸੌਖੇ ਹੋ ਜਾਣੇ। 5 ਸਾਲ ਖਤਮ ਹੋਣ ਤੇ ਆ ਗਏ, ਤੁਸੀਂ ਆਪ ਦੇਖੋ ਵੀ 17 ਦੀਆਂ ਇਲੈਕਸ਼ਨਾਂ ਸੀਗੀਆਂ, ਉਸ ਤੋਂ ਬਾਅਦ ਹੁਣ ਆਹ 22 ਦੀਆਂ ਇਲੈਕਸ਼ਨਾਂ ਆ ਗਈਆਂ। 5 ਸਾਲ ਦਾ ਟਾਈਮ ਜਿਹੜਾ ਸੀਗਾ ਟਾਈਮ ਇੰਟਰਵਲ ਜਿਹੜਾ ਸੀਗਾ ਉਹ ਨਿਕਲ ਚੁੱਕਾ ਆ। ਇੰਨਾ ਟਾਈਮ ਲੱਗ ਜਾਂਦਾ ਹੁੰਦਾ ਇੱਕ ਗਲੀ ਬਣਾਉਣ ਦੇ ਵਿੱਚ ਜਾਂ ਇੰਨਾ ਵਿਕਾਸ ਕਰਨ ਦੇ ਵਿੱਚ? ਵੈਸੇ 5 ਸਾਲ ਬੀਤੇ ਆ, 5 ਸਾਲ ਚੋਂ ਸਭ ਤੋਂ ਪਹਿਲਾਂ 2 ਸਾਲ ਤੱਕ ਕੰਮ ਹੋਇਆ। ਉਸ ਤੋਂ ਬਾਅਦ ਜਿਹੜਾ ਕਰੋਨਾ ਉਹਨੇ ਵੀ 1.5 ਸਾਲ ਜਿਹੜਾ ਹੈਗਾ ਉਹ ਟਾਈਮ ਖਰਾਬ ਕਰਤਾ। ਫਿਰ ਜੇ ਐਂਡ 'ਚ ਦੇਖੀਏ ਤਾਂ ਐਂਡ 'ਚ ਜਿਹੜਾ ਸਰਕਾਰ ਦੇ ਪ੍ਰਤੀ ਸੀਐਮ ਜਿਹੜਾ ਫੇਸ ਸੀ ਉਹਦੇ ਵਿੱਚ ਜਿਹੜਾ ਡਾਵਾਂਡੋਲ ਰਿਹਾ ਉਹ ਪਿਛਲੇ ਕਾਫੀ ਟਾਈਮ ਤੋਂ ਸਟਾਰਟ ਹੋ ਗਿਆ ਸੀ, ਤਾਂ ਉਹਦੇ ਵਿੱਚ ਵੀ ਥੋੜ੍ਹਾ ਟਾਈਮ ਖਰਾਬ ਹੋਇਆ। ਪਰ ਮੈਨੂੰ ਲੱਗਦਾ ਜਿੰਨਾ ਟਾਈਮ ਉਹਨਾਂ ਨੂੰ ਐਜ਼ ਅ ਮਿਨਿਸਟਰ ਦਿੱਤਾ ਗਿਆ ਤੇ ਜਿੰਨਾ ਉਹਨਾਂ ਨੇ ਐਜ਼ ਅ ਮਿਨਿਸਟਰ ਰਹਿ ਕੇ ਕੰਮ ਕੀਤੇ ਨੇ ਕਿ ਉਹਨਾਂ ਨੂੰ ਇੱਕ ਹੋਰ ਮੌਕਾ ਦੇਣਾ ਚਾਹੀਦਾ ਹੈ ਕਿ ਉਹ ਮਿਨਿਸਟਰ ਬਣ ਕੇ ਆਪਣੇ ਆਪ ਨੂੰ ਪ੍ਰੂਵ ਕਰ ਸਕਣ। ਅਸੀਂ ਵੀ ਜਾਂਦੇ ਹਾਂ ਡੋਰ ਟੂ ਡੋਰ, ਜਿਹੜਾ ਜਾਂਦੇ ਹਾਂ ਉੱਥੇ ਕਾਫੀ ਘਰਾਂ ਦੇ ਵਿੱਚ ਇਹੀ ਸਮੱਸਿਆ ਕਿ ਜਿਹੜੇ ਨੌਜਵਾਨ ਨੇ ਉਹਨਾਂ ਦੀਆਂ ਨੌਕਰੀਆਂ ਨਹੀਂ ਲੱਗ ਸਕਦੀਆਂ। ਪਰ ਕਿਤੇ ਨਾ ਕਿਤੇ ਜਿਹੜੇ ਲੋਕ ਨੇ ਉਹਨਾਂ ਦੀ ਵੀ ਡਿਮਾਂਡਸ ਬਹੁਤ ਹਾਈ ਆ। ਹੁਣ ਉਹਨਾਂ ਨੂੰ ਪੁੱਛੋ ਤੁਹਾਡਾ ਜਿਹੜੇ ਬੱਚੇ ਨੇ ਉਹ ਕਿੰਨਾ ਪੜ੍ਹੇ ਹੋਏ ਨੇ, ਕੋਈ ਕਹਿੰਦਾ ਜੀ 8ਵੀਂ ਪਾਸ ਆ, ਕੋਈ ਕਹਿੰਦਾ 10ਵੀਂ ਪਾਸ ਆ। ਹੁਣ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਜਿਹੜੇ ਨੌਜਵਾਨ ਤੇ ਉਹਨਾਂ ਦੀ ਘਰ ਦੀ ਐਕਸਪੈਕਟੇਸ਼ਨਸ ਨੇ ਉਹੀ ਕਿਤੇ ਨਾ ਕਿਤੇ ਕਾਫੀ ਹਾਈ ਲੈਵਲ ਤੇ ਨੇ, ਤੇ ਜਿਹੜੇ ਆਪਣੇ ਜਿੱਦਾਂ ਕੁਆਲੀਫਿਕੇਸ਼ਨਸ ਘੱਟ ਨੇ ਤੇ ਐਕਸਪੈਕਟੇਸ਼ਨਸ ਜ਼ਿਆਦਾ ਹੈ ਨੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਗੁਰਪ੍ਰੀਤ ਸਿੰਘ ਬੱਲ ਪੰਜਾਬ ਨਿਊਜ਼ ਦੇਖ ਰਹੇ ਹੋ, ਤੁਹਾਡਾ ਸਵਾਗਤ ਕਰਦਾ ਤੇ ਉਮੀਦ ਕਰਦਾ ਦੋਸਤੋ ਤੁਸੀਂ ਠੀਕ ਠਾਕ ਹੋਵੋਗੇ। ਤਕਰੀਬਨ ਗਿਣਵੇਂ ਉਂਗਲਾਂ ਤੇ ਗਿਣਵੇਂ ਘੰਟੇ ਜਿਵੇਂ ਕਹਿ ਸਕਦੇ ਆ ਨਾ ਉਹ ਰਹਿ ਗਏ ਨੇ ਇਲੈਕਸ਼ਨ ਦੇ ਵਿੱਚ। ਬਸ ਹੁਣ ਸਾਹਾਂ ਦੀ ਜਿਹੜੀ ਘੜੀ ਹੈ, ਸਾਹਾਂ ਦੀ ਜਿਹੜੀ ਡੋਰ ਹੈ ਉਹ ਹਰ ਇੱਕ ਸਿਆਸਤਦਾਨ ਦੀ ਅਟਕੀ ਹੋਈ ਹੈ। ਉਹ ਇਸ ਕਰਕੇ ਕਿਉਂਕਿ ਹੁਣ ਪਤਾ ਨਹੀਂ ਲੱਗਣਾ ਵੀ ਉਸ ਪਟਾਰੀ ਦੇ ਵਿੱਚ, ਚੋਣ ਪਟਾਰੀ ਦੇ ਵਿੱਚ ਕਿਹਦੇ ਹੱਕ ਦੀ ਜਿਹੜੀ ਹੈ ਬਿਗਲ ਵੱਜੂਗਾ। 10 ਤਰੀਕ ਨੂੰ 20 ਤਰੀਕ ਨੂੰ ਸਾਰੀ ਜਿਹੜੀ ਨੇ ਪਟਾਰੀ ਜਿਹੜੀ ਉਹ ਪੂਰੀ ਬੰਦ ਹੋ ਜਾਣੀ ਹੈ। ਉਸ ਤੋਂ ਬਾਅਦ ਜਿਹੜਾ ਆ 10 ਤਰੀਕ ਨੂੰ ਜਿਹੜਾ ਉਹਦਾ ਰੁਝਾਨ ਆਉਣਾ ਆ ਵੀ ਭਾਈ ਦੇਖਣਾ ਐਤਕੀ ਸਰਕਾਰ ਕਿਹਦੀ ਬਣਦੀ ਹੈ। ਯੂਥ ਇਸ ਵਾਰ ਨਾ ਬੜਾ ਜਾਗਰੂਕ ਹੋਇਆ। ਯੂਥ ਇਸ ਵਾਰ ਜਾਗਰੂਕ ਇਸ ਕਰਕੇ ਹੋਇਆ ਕਿਉਂਕਿ ਕਿਸਾਨੀ ਸੰਘਰਸ਼ ਖੜਾ ਹੋਇਆ। ਕਿਸਾਨੀ ਸੰਘਰਸ਼ ਨੇ ਇਹ ਦੱਸਤਾ ਕਿ ਹਾਂ ਸਾਨੂੰ ਵੀ ਸਾਡੇ ਹੱਕ ਕਿਸ ਤਰੀਕੇ ਦੇ ਨਾਲ ਲੈਣੇ ਚਾਹੀਦੇ ਨੇ। ਉਸ ਤੋਂ ਬਾਅਦ ਹੱਕ ਲੈਣ ਦੀ ਜਦ ਗੱਲ ਆਉਂਦੀ ਸੀ ਤਾਂ ਯੂਥ ਖੜਾ ਹੋਇਆ। ਚੱਪਲਾਂ ਜਦ ਬਾਪੂ ਉਹਨਾਂ ਦੀ ਘਸਦੀਆਂ ਸੀਗੀਆਂ ਤਾਂ ਚੱਪਲਾਂ ਘਸਾਉਣ ਦੇ ਵਿੱਚ ਵੀ ਜਿਹੜੇ ਸੀਗੇ ਯੂਥ ਸਾਹਮਣੇ ਆਇਆ। ਅੱਜ ਇੱਕ ਐਸੇ ਹੀ ਨੌਜਵਾਨ ਦੇ ਨਾਲ ਤੁਹਾਡੀ ਮੁਲਾਕਾਤ ਕਰਾਊਂਗਾ, ਪਰ ਮੈਂ ਦੱਸ ਦੇਵਾਂ ਜਿਨ੍ਹਾਂ ਦਾ ਨਾਮ ਹੈ ਰੌਣਕ ਸਿੰਘ ਜੌਹਲ। ਫੋਰਨ ਰਹਿੰਦੇ ਨੇ ਪਰ ਸਪੈਸ਼ਲ ਪੰਜਾਬ ਆਏ ਹੋਏ ਨੇ ਇੰਡੀਅਨ ਪੋਲਿਟਿਕਸ ਦੇ ਵਿੱਚ।
ਮੈਂ ਦੱਸ ਦੇਵਾਂ ਕਿ ਗੁਰਕੀਰਤ ਸਿੰਘ ਕੋਟਲੀ ਜੀ ਦੇ ਭਤੀਜੇ ਨੇ ਲੱਗਦੇ, ਤੇ ਇਸ ਸਮੇਂ ਖੰਨੇ ਦੇ ਵਿੱਚ ਅਸੀਂ ਖੜੇ ਹਾਂ। ਮੇਰੇ ਨਾਲ ਰੌਣਕ ਨੇ, ਆਪਾਂ ਗੱਲਬਾਤ ਕਰਦੇ ਹਾਂ। ਪੋਲਿਟਿਕਸ ਬਾਰੇ ਵੀ ਮੈਂ ਗੱਲਬਾਤ ਕਰਨੀ ਚਾਹੂੰਗਾ ਕਿਉਂਕਿ ਕਾਫੀ ਰੁਝਾਨ ਰੱਖਦੇ ਨੇ, ਪੋਲਿਟਿਕਸ ਦੇ ਵਿੱਚ ਹੀ ਪਲੇ ਬੜੇ ਨੇ, ਹਰ ਇੱਕ ਚੀਜ਼ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਨੇ ਪੋਲਿਟਿਕਸ ਦੇ ਵਿੱਚ ਦੇਖੀ ਹੈ। ਤੇ ਗੱਲਬਾਤ ਕਰ ਲੈਂਦੇ ਹਾਂ। ਰੌਣਕ, ਕੀ ਹਾਲ ਨੇ? ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ। ਮੈਂ ਰੌਣਕ ਸਿੰਘ ਜੌਹਲ। ਅੱਜ ਸਭ ਤੋਂ ਪਹਿਲਾਂ ਤਾਂ ਸ਼ੁਕਰੀਆ ਕਰਨਾ ਚਾਹੂੰਗਾ ਪੰਜਾਬ ਨਿਊਜ਼ ਦਾ ਤੇ ਗੁਰਪ੍ਰੀਤ ਜੀ ਦਾ, ਜਿਨ੍ਹਾਂ ਨੇ ਮੈਨੂੰ ਅੱਜ ਇੱਥੇ ਆ ਕੇ ਮੌਕਾ ਦਿੱਤਾ ਕਿ ਮੈਂ ਸੋਸ਼ਲ ਮੀਡੀਆ ਰਾਹੀਂ ਆਪਣੇ ਵਿਚਾਰ ਜਿਹੜੀ ਬਾਕੀ ਦੀ ਪਬਲਿਕ ਆ ਉਹਨਾਂ ਨਾਲ ਸਾਂਝੇ ਕਰ ਸਕਦਾ। ਥੈਂਕ ਯੂ ਜੀ। ਸਿਹਤ ਕਿਵੇਂ ਹੈ ਰੌਣਕ? ਸਿਹਤ ਜੀ ਬਹੁਤ ਵਧੀਆ ਹੈ ਜੀ, ਬਿਲਕੁਲ ਚੜ੍ਹਦੀ ਕਲਾ ਹੈ ਜੀ। ਹਾਂਜੀ। ਅੱਛਾ, ਮੈਨੂੰ ਇੱਕ ਗੱਲ ਦੱਸੋ, ਤੁਸੀਂ ਫੋਰਨ ਦੇ ਵਿੱਚ ਪੜ੍ਹਦੇ ਹੋ, ਕਿਹੜੀ ਕਲਾਸ ਦੇ ਵਿੱਚ ਹੋ ਤੁਸੀਂ? ਮੈਂ ਜੀ ਉੱਥੇ 11ਵੀਂ ਕਲਾਸ 'ਚ ਪੜ੍ਹਦਾ। 11ਵੀਂ। ਹਾਂਜੀ। ਅੱਛਾ, ਇੱਕ ਗੱਲ ਦੱਸੋ ਮੈਨੂੰ, ਬਾਹਰ ਦੇ ਕਲਚਰ ਦੇ ਵਿੱਚ ਤੇ ਇੰਡੀਅਨ ਦੇ ਕਲਚਰ ਦੇ ਵਿੱਚ ਆਪਾਂ ਵੇਖਿਆ ਜਾਵੇ ਤਾਂ ਕਿੰਨਾ ਕੁ ਫਰਕ ਆ? ਲੋਕ ਤਾਂ ਕਹਿੰਦੇ ਬਾਹਰ ਦੀ ਜ਼ਿੰਦਗੀ ਬਹੁਤ ਵਧੀਆ ਹੈ, ਇੱਥੋਂ ਬਾਹਰ ਜਾਓ। ਤੁਸੀਂ ਬਾਹਰੋਂ ਇੱਥੇ ਆਏ ਹੋ ਕੁਝ ਵੇਖਣ ਵਾਸਤੇ, ਕੀ ਵੇਖਿਆ? ਇਹ ਜੀ ਮੈਨੂੰ ਜਿਹੜਾ ਇਹ ਸਵਾਲ ਹੈ, ਇਹ ਕਾਫੀ ਲੋਕ ਪੁੱਛਦੇ ਆ ਕਿ ਜਿਹੜਾ ਬਾਹਰ ਸਪੋਜ਼ ਕੈਨੇਡਾ ਲੈ ਲਓ ਤੇ ਇੰਡੀਆ ਲੈ ਲਓ, ਇੰਡੀਆ ਤੇ ਕੈਨੇਡਾ ਦੇ ਵਿੱਚ ਇਹੋ ਜਿਹਾ ਕੀ ਡਿਫਰੈਂਸ ਆ ਕਿ ਜਿਹੜਾ ਇੰਡੀਅਨ ਬੱਚਾ ਉਹ ਇਹ ਪ੍ਰੈਫਰ ਕਰਦਾ ਕਿ ਮੇਰੇ ਤਾਂ ਇੱਥੇ ਸੰਗਲੀਆਂ ਬੰਨੀਆਂ ਹੋਈਆਂ ਨੇ ਕਿ ਮੈਂ ਇਹ ਸੰਗਲੀਆਂ ਤੋੜ ਕੇ ਬਸ ਬਾਹਰ ਪਹੁੰਚ ਜਾ ਕਿਸੇ ਤਰ੍ਹਾਂ, ਤੇ ਬਾਹਰ ਜਾ ਕੇ ਜਿਹੜਾ ਜੀਵਨ ਆ ਉਹ ਤਾਂ ਪਤਾ ਨਹੀਂ ਕਿਹੜੀਆਂ ਅਯਾਸ਼ੀਆਂ ਹੁੰਦੀਆਂ ਨੇ। ਪਰ ਇਹ ਗੱਲ ਨਹੀਂ ਹੈਗੀ ਜੀ, ਜਿਹੜਾ ਬਾਹਰ ਜੀਵਨ ਆ ਉੱਥੇ ਵੀ ਸਟਰਗਲ ਓਨਾ ਹੀ ਕਰਨਾ ਪੈਂਦਾ ਜਿੰਨਾ ਇੱਥੇ ਕਰਨਾ ਪੈਂਦਾ, ਤੇ ਹੱਕ ਦੀ ਲੜਾਈ ਜਿਹੜੀ ਹੈਗੀ ਉਹ ਹਰ ਜਗ੍ਹਾ ਲੜਨੀ ਪੈਂਦੀ ਆ। ਇਹ ਗੱਲ ਹੈਗੀ ਆ ਕਿ ਉੱਥੇ ਪਹੁੰਚਣਾ ਔਖਾ, ਇਹ ਗੱਲ ਹੈਗੀ ਆ ਇੱਥੇ ਆਪਣਾ ਹੱਕ ਲੈਣਾ ਔਖਾ, ਕਿਉਂਕਿ ਪੋਪੂਲੇਸ਼ਨ ਜਿਹੜੀ ਹੈਗੀ ਆ ਉਹ ਇੰਡੀਆ ਦੇ ਵਿੱਚ ਇੱਕ ਇਹੋ ਜਿਹੀ ਸਟੇਜ ਤੇ ਆ ਜਿੱਥੇ ਜਿਹੜਾ ਆਪਣਾ ਹੱਕ ਲੈਣਾ, ਆਪਣੀ ਲੜਾਈ ਆਪਣੇ ਆਪ ਲੜਨੀ ਪੈਂਦੀ ਆ। ਰੌਣਕ, ਤੁਸੀਂ ਬਹੁਤ ਛੋਟੇ ਤੋਂ ਸਿਆਸਤ ਵੇਖੀ ਹੈ, ਕਿਉਂਕਿ ਜਦ ਤੁਸੀਂ ਜੰਮੇ ਇੱਕ ਸਿਆਸਤਦਾਨ ਦੇ ਘਰੇ ਹਨ, ਤੁਸੀਂ ਬੜਾ ਬਰੀਕੀ ਨਾਲ ਜਾਣਦੇ ਹੋ ਸਿਆਸਤ ਦੇ ਵਿੱਚ ਚੱਲਦਾ ਕੀ ਹੈ। ਲੋਕ ਇੱਕ ਗੱਲ ਕਹਿ ਦਿੰਦੇ ਨੇ ਵੀ ਸਿਆਸਤ ਬਹੁਤ ਕੁੱਤੀ ਚੀਜ਼ ਹੈ, ਤੁਸੀਂ ਮੰਨਦੇ ਹੋ? ਨਹੀਂ ਜੀ, ਇਹ ਪਰਟੀਕੁਲਰਲੀ ਤਾਂ ਨਹੀਂ ਮੈਂ ਇਹ ਗੱਲ ਮੰਨੂਗਾ, ਕਿਉਂਕਿ ਦੇਖੋ ਜੀ ਸਾਰੇ ਜਿਹੜੇ ਸਿਆਸਤ ਦੇ ਵਿੱਚ ਹੁੰਦੇ ਆ ਸਾਰਿਆਂ ਦਾ ਆਪਣਾ ਆਪਣਾ ਇੱਕ ਓਪੀਨੀਅਨ ਹੁੰਦਾ, ਆਪਣਾ ਆਪਣਾ ਇੱਕ ਪੁਆਇੰਟ ਆਫ ਵਿਊ ਹੁੰਦਾ, ਜਿਹੜਾ ਉਹ ਕੋਸ਼ਿਸ਼ ਕਰਦੇ ਆ ਕਿ ਸਾਡਾ ਪੁਆਇੰਟ ਆਫ ਵਿਊ ਲੋਕਾਂ ਤੱਕ ਪਹੁੰਚ ਸਕਣ ਤੇ ਲੋਕੀ ਉਸ ਗੱਲ ਨੂੰ ਸਮਝਣ। ਤੇ ਬਾਕੀ ਜਿਹੜੀ ਲੋਕਾਂ ਦੀ ਸਮਝ ਆ ਉਹ ਵੀ ਮੈਂ ਕਿਤੇ ਕਿਤੇ ਮੰਨਦਾ ਕਿ ਇਸ ਪੁਆਇੰਟ ਆਫ ਵਿਊ 'ਚ ਕਾਫੀ ਅਹਿਮ ਮੁੱਦਾ ਪਲੇ ਕਰਦੀ ਆ। ਤੁਸੀਂ ਇੰਡੀਅਨ ਪੋਲਿਟਿਕਸ ਨੂੰ ਕਿਵੇਂ ਵੇਖ ਰਹੇ ਹੋ? ਕਿਉਂਕਿ ਤੁਸੀਂ ਬਾਹਰ ਵੀ ਵੇਖਦੇ ਹੋ, ਜਸਟਿਨ ਟਰੂਡੋ ਨੇ, ਤੁਹਾਡੇ ਕੈਨੇਡਾ ਦੇ ਵਿੱਚ ਤੁਸੀਂ ਪੜ੍ਹਦੇ ਹੋ, ਟਰੂਡੋ ਨੇ ਉੱਥੇ ਹੁਣ ਦੁਬਾਰਾ ਰਿਪੀਟ ਹੋਏ ਨੇ, ਇੱਕ ਉੱਥੇ ਦੀ ਵੀ ਸਰਕਾਰ ਹੈ, ਉੱਥੇ ਵੀ ਪੋਲਿਟਿਕਸ ਚੱਲਦੀ ਹੈ, ਕਿ ਉੱਥੇ ਵੀ ਇਸ ਇੰਡੀਆ ਵਾਂਗ ਜਿਵੇਂ ਇੱਥੇ ਘਪਲੇਬਾਜ਼ੀ ਚੱਲਦੀ ਹੈ, 2 ਨੰਬਰੀ ਕੰਮ ਹੁੰਦੇ ਨੇ, 3 ਨੰਬਰੀ ਕੰਮ ਹੁੰਦੇ ਨੇ, ਕਿ ਉੱਥੇ ਵੀ ਇਹ ਚੀਜ਼ਾਂ ਹੁੰਦੀਆਂ ਨੇ? ਨਹੀਂ ਜੀ, ਜਿੱਦਾਂ ਮੇਰਾ ਮੰਨਣਾ ਹੈਗਾ ਕਿ ਮੈਂ ਪਿਛਲੇ ਕੁਝ ਸਾਲਾਂ 'ਚ ਕੀ ਓਬਜ਼ਰਵ ਕੀਤਾ, ਜਿਹੜਾ ਇੰਡੀਆ ਹੈਗਾ, ਇੰਡੀਆ ਦੇ ਵਿੱਚ ਜਿਹੜਾ ਇੱਕ ਇਲੈਕਸ਼ਨ ਹੁੰਦੇ ਆ ਉਹਨੂੰ ਇੱਕ ਤਿਉਹਾਰ ਦੀ ਤਰ੍ਹਾਂ ਮੰਨਿਆ ਜਾਂਦਾ, ਕਿ ਬੰਦਿਆਂ ਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਲੱਗਦਾ ਹੈ ਕਿ 5 ਸਾਲ ਬਾਅਦ ਇੱਕ ਤਿਉਹਾਰ ਆ, ਜਿੱਦਾਂ ਦੀਵਾਲੀ ਆ ਹਰ ਸਾਲ ਮਨਾਈ ਜਾਂਦੀ ਹੈ, ਇਦਾਂ ਹੀ ਇਲੈਕਸ਼ਨ ਇੱਕ ਇਹੋ ਜਿਹੀ ਪ੍ਰਕਿਰਿਆ ਜਿਹੜੀ ਹਰ 5 ਸਾਲ ਬਾਅਦ ਆਉਂਦੀ ਆ। ਤੇ ਮੈਨੂੰ ਲੱਗਦਾ ਹੈ ਕਿ ਜਿਹੜੇ ਇਕੱਲਾ ਪੰਜਾਬ ਨਹੀਂ, ਜਿਹੜਾ ਪੂਰੇ ਇੰਡੀਆ ਦੇ ਨਾਗਰਿਕ ਨੇ ਉਹ ਬਹੁਤ ਇਨਵੋਲਵਡ ਰਹਿੰਦੇ ਆ ਜਿਹੜੇ ਇਲੈਕਸ਼ਨ ਪ੍ਰੋਸੈਸ ਆ। ਉੱਥੇ ਜਿੱਦਾਂ ਹੁਣ ਇਲੈਕਸ਼ਨ ਹੋਈ ਸੀ ਜਸਟਿਨ ਟਰੂਡੋ ਦੇ ਦੁਆਰਾ, ਤਾਂ ਉੱਥੇ ਕੋਈ ਪਤਾ ਹੀ ਨਹੀਂ ਲੱਗਦਾ ਕਿ ਇਲੈਕਸ਼ਨ ਵੀ ਹੈਗਾ, ਬਸ ਲੋਕਾਂ ਦਾ ਇਹ ਹੁੰਦਾ ਹੈ ਕਿ ਵੋਟ ਪਾਉਣ ਜਾਣਾ। ਇੱਥੇ ਤਾਂ ਉਹ ਪੂਰੇ ਪ੍ਰਚਾਰ ਸਮੱਸਿਆ ਪੂਰੇ ਸਿਸਟਮ ਦੇ ਵਿੱਚ ਇਨਵੋਲਵਡ ਰਹਿੰਦੇ, ਉੱਥੇ ਇਹੋ ਜਿਹੀ ਗੱਲ ਨਹੀਂ ਹੈਗੀ। ਉੱਥੇ ਬਸ ਇਹ ਆ ਲੋਕਾਂ ਨਾਲ ਡਿਸਕਸ ਕਰਕੇ ਜੀ ਕਿਹੜਾ ਕੌਣ ਕੀ ਕਰ ਰਿਹਾ ਤੇ ਵੋਟ ਪਾ ਦਿਓ, ਬਸ ਇੰਨੀ ਕੁ ਜੀ ਗੱਲ ਆ। ਹਾਂਜੀ। ਇੱਕ ਗੱਲ ਮੈਨੂੰ ਦੱਸੋ, ਜਿਵੇਂ ਇੱਥੇ ਪਹਿਲਾਂ ਤਾਂ ਹੁਣ ਹੁਣ ਤਾਂ ਉਹ ਕਲਚਰ ਖਤਮ ਕਰਤਾ, ਪਹਿਲਾਂ ਲਾਲ ਬੱਤੀ ਦਾ ਕਲਚਰ ਬਹੁਤ ਹੁੰਦਾ ਸੀਗਾ, ਕਹਿੰਦੇ ਵੀ ਕਿਤੇ ਵੀ ਆ ਗਿਆ ਬਸ ਇੱਕ ਕਹਾਵਤ ਵੀ ਬਣ ਗਈ ਸੀਗੀ, ਕਹਿੰਦੇ ਵੀ ਬਸ ਉਹ ਆਵਾਜ਼ ਤੋਂ ਟੂਣੂ ਤੋਂ ਹੀ ਪਤਾ ਲੱਗ ਜਾਂਦਾ ਸੀ, ਕਹਿੰਦੇ ਵੀ ਕੋਈ MLA MP ਆ ਰਿਹਾ ਬਈ, ਪਰ ਇਹ ਰਸਤਾ ਛੱਡ ਦਿਓ। ਬਾਹਰ ਇਹ ਚੀਜ਼ ਨਹੀਂ ਹੁੰਦੀ ਸੀਗੀ। ਆਪਾਂ ਕਈ ਫੋਟੋਜ਼ ਵੀਡੀਓਜ਼ ਵੀ ਵੇਖੀਆਂ ਨੇ ਵੀ ਜਿਹੜੇ ਨੇ ਪ੍ਰਧਾਨ ਮੰਤਰੀ ਨੇ ਜਾਂ ਪ੍ਰੈਜ਼ੀਡੈਂਟ ਨੇ ਉਹ ਕੰਟਰੀ ਦੇ ਜਿਹੜੇ ਹੁੰਦੇ ਨੇ, ਉਹ ਸਾਈਕਲ ਤੇ ਪਾਰਲੀਮੈਂਟ ਤੱਕ ਜਾਂਦੇ ਨੇ, ਜਾਂ ਤੁਰ ਕੇ। ਟਰੂਡੋ ਦੇ ਮੈਂ ਕਈ ਵੀਡੀਓਜ਼ ਦੇਖੀਆਂ ਨੇ ਵੀ ਜਿਹੜੇ ਤੁਰ ਕੇ ਕਈ ਵਾਰ ਹੈਂਡਸ਼ੇਕ ਕਰਦੇ ਜਾਂਦੇ ਨੇ ਸਟਰੀਟਸ ਤੇ, ਜਦ ਵਾਕ ਕਰ ਰਹੇ ਹੁੰਦੇ ਨੇ ਆਪਣੀ ਫੈਮਿਲੀ ਦੇ ਨਾਲ, ਜਾਂ ਕਈ ਇਕੱਲੇ ਜਾ ਰਹੇ ਹੁੰਦੇ ਨੇ। ਇਹ ਚੀਜ਼ ਇੱਥੇ ਨਹੀਂ ਪੋਸੀਬਲ, ਉਹ ਕਿਉਂ? ਇੱਥੇ ਜਿੱਦਾਂ ਪਹਿਲਾਂ ਮੈਂ ਕਿਹਾ, ਜਿਹੜੇ ਇੱਕ ਹੱਕ ਦੀ ਲੜਾਈ ਆ, ਜਿਹੜਾ ਬੰਦਾ MLA ਬਣਿਆ ਇੰਨੀ ਪੋਪੂਲੇਸ਼ਨ ਦੇ ਵਿੱਚੋਂ, ਕੋਈ ਹੁਣ ਦੇਖ ਲਓ ਪੰਜਾਬ ਦੇ ਵਿੱਚ 117 MLA ਹੁੰਦੇ ਆ, ਤੇ ਤੁਸੀਂ ਜੇ ਪੰਜਾਬ ਦੀ ਪੋਪੂਲੇਸ਼ਨ ਦੇਖੋ ਤਾਂ ਕੰਟਰਾਸਟ ਜਿਹੜੀ ਰੇਸ਼ੋ ਹੈਗੀ ਆ ਉਹ ਕੁਝ 0.0% ਦੇ ਵਿੱਚ ਆ। ਤੇ ਇਹ ਫਿਰ ਬੰਦਾ ਫੀਲ ਕਰਦਾ ਕਿ ਜੇ ਮੈਂ ਆਪਣਾ ਹੱਕ ਲੜਿਆ ਤਾਂ ਮੈਨੂੰ ਆਪਣਾ ਹੱਕ ਮਿਲਿਆ, ਤਾਂ ਇਹੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਡਿਫਰੈਂਸ ਆ ਜਾਂਦਾ ਹੈ ਕਿ ਜਿਹੜਾ ਇਹ ਨਹੀਂ ਮੈਂ ਕਹਿ ਰਿਹਾ ਕਿ ਜਿਹੜਾ ਕੈਨੇਡਾ 'ਚ ਜਿਹੜਾ ਬਣਦਾ ਕੁਝ ਗਵਰਨਮੈਂਟ ਦੇ ਵਿੱਚ ਆਉਂਦਾ ਉਹਨੇ ਆਪਣਾ ਹੱਕ ਨਹੀਂ ਲੜਿਆ ਹੈਗਾ, ਉਹ ਵੀ ਡਿਜ਼ਰਵ ਕਰਦਾ। ਬਟ ਇੱਥੇ ਮੈਨੂੰ ਲੱਗਦਾ ਕਿ ਜਿਹੜਾ ਫੋਰਨ ਪੋਲੀਟੀਕਲ ਸਿਸਟਮ ਆ ਤੇ ਇੰਡੀਅਨ ਪੋਲੀਟੀਕਲ ਸਿਸਟਮ, ਇੱਥੇ ਥੋੜਾ ਜਿਹਾ ਦੋਨਾਂ 'ਚ ਕੰਟਰਾਸਟ ਆਉਂਦਾ। ਹਾਂਜੀ। ਇੱਕ ਚੀਜ਼ ਹਰ ਵਾਰ ਲੋਕ ਕਹਿ ਦਿੰਦੇ ਨੇ ਵੀ ਜਿਵੇਂ ਕਿ ਵੀ ਜਦ ਵੀ ਸਿਆਸਤ ਆਉਂਦੀ ਹੈ, ਜਦ ਵੀ ਇਲੈਕਸ਼ਨ ਆਉਂਦੇ ਨੇ, ਬੜੇ ਵੱਡੇ ਵਾਅਦੇ ਇਲੈਕਸ਼ਨ ਜਿਹੜੇ ਸਿਆਸਤਦਾਨਾਂ ਵੱਲੋਂ ਕੀਤੇ ਜਾਂਦੇ ਨੇ, ਲੋਕ ਇਹ ਕਹਿੰਦੇ ਨੇ ਵੀ ਅਸੀਂ ਆਹ ਦੇਵਾਂਗੇ, ਅਸੀਂ ਆਹ ਫਲਾਣਾ ਵੀ ਦੇਵਾਂਗੇ, ਅਸੀਂ 2000 ਰੁਪਇਆ ਦੇਵਾਂਗੇ, ਅਸੀਂ 1000 ਰੁਪਇਆ ਦੇਵਾਂਗੇ, ਕਿੰਨੇ ਕੁਛ ਦੇ ਦਾਂਗੇ। ਹਾਲਾਂਕਿ ਸੋਰਸ ਆਫ ਇਨਕਮ ਜਿਹੜੇ ਲੋਕ ਪੁੱਛਦੇ ਵੀ ਨਹੀਂ, ਇਹ ਚੀਜ਼ਾਂ ਵੀ ਹੁੰਦੀਆਂ ਨੇ। ਲੋਕ ਇਲੈਕਸ਼ਨਾਂ ਤੋਂ ਪਹਿਲਾਂ ਦਾਰੂ ਪਿੱਛੇ ਜਾਂ ਇਲੈਕਸ਼ਨਾਂ ਤੋਂ ਪਹਿਲਾਂ ਕਹਿੰਦੇ ਨੇ ਵੀ 4 ਪੈਸਿਆਂ ਪਿੱਛੇ ਵਿਕ ਜਾਂਦੇ ਨੇ। ਇਹ ਗੱਲ ਅਸਲ ਦੇ ਵਿੱਚ ਸੱਚ ਹੈ?
ਇਹ ਜੀ ਦੇਖੋ ਹੁਣ ਸਾਰਿਆਂ ਦਾ ਦੁਆਰਾ ਇੱਕ ਪੁਆਇੰਟ ਆਫ View ਹੁੰਦਾ, ਪਰ ਜਿੱਥੇ ਤੱਕ ਮੈਨੂੰ ਲੱਗਦਾ ਹੈ ਜੋ ਸਰਕਾਰ ਵਾਅਦੇ ਕਰਦੀ ਹੈ ਇਲੈਕਸ਼ਨ ਤੋਂ ਪਹਿਲਾਂ, ਉਹ ਜਿੱਥੇ ਤੱਕ ਉਹਨਾਂ ਦੀ ਕੈਪੇਬਿਲਿਟੀ ਤੇ ਰੀਚ ਹੁੰਦੀ ਆ ਉੱਥੇ ਤੱਕ ਉਹ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੀ ਆ। ਪਰ ਕੀ ਮੈਨੂੰ ਲੱਗਦਾ ਹੈ ਕਿ ਜਿੱਦਾਂ ਜਿੱਦਾਂ ਲੋਕੀ ਹੋਰ ਅਵੇਅਰ ਹੋ ਰਿਹਾ, ਜਿੱਦਾਂ ਜਿੱਦਾਂ ਸੋਸ਼ਲ ਮੀਡੀਆ ਹੋਰ ਵੱਧਦਾ ਜਾ ਰਿਹਾ ਤੇ ਨੌਜਵਾਨ ਵੀ ਜਿਹੜੇ ਅਵੇਅਰ ਹੋ ਰਿਹਾ, ਉਹਦੇ ਨਾਲ ਕਿਤੇ ਨਾ ਕਿਤੇ ਇਹ ਫਰਕ ਤਾਂ ਪੈਂਦਾ ਹੈ ਕਿ ਜਿਹੜੇ ਲੋਕ ਨੇ ਉਹ ਸੋਚ ਸਮਝ ਕੇ ਆਪਣੀ ਵੋਟ ਨੂੰ ਜਿਹੜਾ ਹੈਗਾ ਉਹ ਇੱਕ ਅਹਿਮ ਮਤਲਬ ਚੀਜ਼ ਮੰਨ ਕੇ ਵੋਟ ਪਾਉਂਦੇ ਆ ਕਿ ਹਾਂ ਮੇਰੀ ਵੋਟ ਜਿਹੜੀ ਹੈਗੀ ਉਹ ਡਿਫਰੈਂਸ ਕਰ ਸਕਦੀ ਆ, ਤੇ ਉਹ ਸੋਚ ਸਮਝ ਕੇ ਵੋਟ ਪਾਉਂਦੇ ਆ ਆਪਣੀ ਕਿ ਮੈਂ ਸਹੀ ਨਿਰਣੇ ਲਵਾਂ, ਸਹੀ ਜਿਹੜਾ ਹੈਗਾ ਲੀਡਰ ਉਹਨੂੰ ਮੈਂ ਪਾਵਰ 'ਚ ਲੈ ਕੇ ਆਵਾਂ। ਤੇ ਇਹ ਨੌਜਵਾਨ ਵੀ ਹੁਣ ਜਿਹੜਾ ਹੈਗਾ ਉਹ ਅੱਗੇ ਆ ਕੇ ਐਜੂਕੇਟ ਹੋ ਰਿਹਾ, ਸੋਸ਼ਲ ਮੀਡੀਆ ਤੇ ਦੇਖਦਾ ਤੇ ਆਪਣੇ ਆਸ-ਪਾਸ ਵਾਲਿਆਂ ਨੂੰ ਇਹ ਸਮਝਾਉਂਦਾ ਕਿ ਭੇਡ ਚਾਲ ਨਹੀਂ ਚੱਲਣੀ ਹੈਗੀ, ਆਪਣਾ ਓਪੀਨੀਅਨ ਬੰਦੇ ਨੇ ਆਪ ਬਣਾਉਣਾ ਤੇ ਉਸ ਓਪੀਨੀਅਨ ਤੇ ਐਕਟ ਕਰਨਾ। ਅੱਛਾ, ਤੁਹਾਨੂੰ ਇੰਡੀਆ ਆਏ ਨੂੰ ਕਾਫੀ ਟਾਈਮ ਹੋ ਗਿਆ, ਤੁਸੀਂ ਵੀ ਹੁਣ ਕਾਫੀ ਚੀਜ਼ਾਂ ਵੇਖ ਰਹੇ ਹੋ, ਨੌਜਵਾਨਾਂ ਦੇ ਵਿੱਚ ਵਿਚਰਦੇ ਹੋ, ਗਲੀਆਂ ਦੇ ਵਿੱਚ ਜਾਂਦੇ ਹੋ, ਲੋਕਾਂ ਨਾਲ ਗੱਲਬਾਤ ਕਰਦੇ ਹੋ, ਤੁਸੀਂ ਵੀ ਵੇਖ ਲਿਆ ਹੋਊਗਾ। ਕੀ ਲੱਗਦਾ ਵੀ ਐਤਕੀ ਫਿਰ ਕਿਹੜੀ ਸਰਕਾਰ ਆਉਣ ਦੇ ਚਾਂਸਸ ਵੱਧ ਨੇ? ਦੇਖੋ ਜੀ, ਮੈਂ ਆਪ ਇੱਕ ਨੌਜਵਾਨ ਹੋਣ ਦੇ ਤੌਰ ਤੇ ਗੱਲਾਂ ਸਮਝਦਾ ਕਿ ਨੌਜਵਾਨਾਂ ਦੇ ਵਿਕਾਸ ਲਈ ਜਿਹੜੀਆਂ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ, ਜਿੱਦਾਂ ਹੁਣ ਤੁਸੀਂ ਖੰਨੇ ਦਾ ਐਗਜ਼ਾਮਪਲ ਲੈ ਲਓ। ਖੰਨੇ ਦੇ ਵਿੱਚ ਪਿਛਲੇ 10 ਸਾਲਾਂ ਤੋਂ ਕਾਂਗਰਸ ਪਾਰਟੀ ਆ, ਤੇ ਮੈਂ ਇਹ ਦੇਖਦਾ ਕਿ ਪਿਛਲੇ 10 ਸਾਲਾਂ ਦੇ ਵਿੱਚ ਖੰਨੇ ਦੇ ਵਿੱਚ ਬਹੁਤ ਸਾਰੇ ਨਵੇਂ ਖੇਡ ਮੈਦਾਨ ਤੇ ਸਟੇਡੀਅਮ ਬਣਾਏ ਗਏ ਹਨ, ਸਪੈਸ਼ਲੀ ਨੌਜਵਾਨਾਂ ਦੇ ਵਿਕਾਸ ਲਈ। ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਜਿਹੜੇ ਸਾਡੇ ਮੇਰੇ ਫੁੱਫੜ ਜੀ ਨੇ ਗੁਰਕੀਰਤ ਸਿੰਘ ਜੀ, ਉਹ ਇਸ ਗੱਲ ਦਾ ਖਾਸ ਧਿਆਨ ਰੱਖਦੇ ਆ ਕਿ ਜਿਹੜੀ ਨੌਜਵਾਨ ਪੀੜ੍ਹੀ ਆ ਉਹਦਾ ਕਿਸ ਤਰ੍ਹਾਂ ਅੱਗੇ ਵਧਾ ਸਕੀ ਜਾਵੇ। ਉਹ ਨੌਜਵਾਨ ਦੇ ਅਸਲ ਡਿਮਾਂਡ ਕੀ ਹੁੰਦੀ ਹੈ? ਨੌਜਵਾਨ ਤਰੱਕੀ ਕਿਸ ਚੀਜ਼ ਨੂੰ ਮੰਨਦਾ? ਕਿਉਂਕਿ ਨੌਜਵਾਨ ਹੀ ਇੱਕ ਚੰਗੇ ਭਵਿੱਖ ਦਾ, ਜਿਵੇਂ ਕਹਿੰਦਾ ਵੀ ਚੰਗੇ ਜੇ ਆਪਾਂ ਸਮਾਜ ਸਿਰਜਣਾ ਹੋਵੇ, ਉਹ ਕਹਿੰਦੇ ਨੇ ਵੀ ਉਹਦੀ ਪਨੀਰੀ ਨੂੰ, ਇਹ ਪਤਾ ਨਹੀਂ ਇੱਕ ਬੜੇ ਆਥਰ ਨੇ ਕਿਹਾ ਸੀਗਾ, ਕਹਿੰਦੇ ਵੀ ਜੇ ਇੱਕ ਚੰਗੇ ਕੰਟਰੀ ਦੀ ਆਪਾਂ ਭਵਿੱਖ ਫਿਊਚਰ ਪਤਾ ਕਰਨਾ ਆ ਤਾਂ ਉੱਥੇ ਦੇ ਯੂਥ ਦੇ ਮਨਾਂ ਦੇ ਵਿੱਚ ਗਾਣੇ ਕਿੱਦਾਂ ਦੇ ਚੱਲਦੇ ਨੇ, ਉਹਨਾਂ ਤੋਂ ਪਤਾ ਲੱਗ ਜਾਂਦਾ ਵੀ ਯੂਥ ਜਿਹੜਾ ਉਹ ਕੰਟਰੀ ਆ ਕਿੰਨੀ ਕੁ ਡਿਵੈਲਪ ਆਉਣ ਵਾਲੇ ਟਾਈਮ ਦੇ ਵਿੱਚ ਕਰੂਗੀ। ਪਰ ਤੁਹਾਨੂੰ ਯੂਥ ਕੀ ਸੋਚਦਾ ਆ ਵੀ ਅਸਲ ਦੇ ਵਿੱਚ ਯੂਥ ਦੀ ਡਿਮਾਂਡ ਕੀ ਹੋਣੀ ਚਾਹੀਦੀ ਹੈ, ਕੀ ਤਰੱਕੀ ਹੋਣੀ ਚਾਹੀਦੀ ਹੈ, ਕਿਹਨੂੰ ਡਿਵੈਲਪਮੈਂਟ ਮੰਨਦਾ ਯੂਥ? ਹੁਣ ਦੇਖੋ ਜੀ, ਜਿਹੜਾ ਯੂਥ ਆ ਉਹ ਸਿੰਪਲ ਜੀ ਗੱਲ ਆ, ਯੂਥ ਜਿਹੜਾ ਹੈਗਾ ਉਹ ਡਿਵੈਲਪਮੈਂਟ ਇਹਨੂੰ ਮੰਨਦਾ ਹੈ ਕਿ ਅਵੇਅਰਨੈਸ ਤਾਂ ਕ੍ਰੀਏਟ ਹੋ ਰਹੀ ਆ ਦੇਖੋ ਯੂਥ ਦੇ ਵਿੱਚ, ਤੇ ਯੂਥ ਦਾ ਮਤਲਬ ਜਿਹੜੀ ਅੱਜ ਦੇ ਟਾਈਮ ਤੇ ਮੈਂਟੈਲਿਟੀ ਇਹ ਆ ਕਿ ਉਹ ਵਿਕਾਸ ਇਹ ਸਮਝਦੇ ਆ ਕਿ ਸਾਨੂੰ ਪੜ੍ਹ ਲਿਖ ਕੇ ਵੀ ਕੁਝ ਪ੍ਰਾਪਤ ਨਹੀਂ ਹੋ ਰਿਹਾ ਹੈਗਾ, ਕੁਛ ਆਊਟਕਮ ਨਹੀਂ ਨਿਕਲ ਰਹੀ, ਤਾਂ ਉਹਦੇ ਇਲਾਵਾ ਅਸੀਂ ਕੀ ਕਰ ਰੋਜ਼ਗਾਰ ਨਹੀਂ ਹੈਗਾ, ਉਹੀ ਦੁਬਾਰਾ ਹੱਕ ਦੀ ਲੜਾਈ ਲੜਨੀ ਪੈਂਦੀ ਹੈ, ਉਹਦੇ ਵਿੱਚ ਕਈ ਲੋਕ ਪਿੱਛੇ ਰਹਿ ਜਾਂਦੇ ਆ। ਹੁਣ ਜਿੱਦਾਂ ਅਸੀਂ ਵੀ ਜਾਂਦੇ ਆ ਡੋਰ ਟੂ ਡੋਰ ਜਿਹੜਾ ਜਾਂਦੇ ਆ, ਉੱਥੇ ਕਾਫੀ ਘਰਾਂ ਦੇ ਵਿੱਚ ਇਹੀ ਸਮੱਸਿਆ ਕਿ ਜਿਹੜੇ ਨੌਜਵਾਨ ਨੇ ਉਹਨਾਂ ਦੀਆਂ ਨੌਕਰੀਆਂ ਨਹੀਂ ਲੱਗ ਸਕਦੀਆਂ, ਪਰ ਕਿਤੇ ਨਾ ਕਿਤੇ ਜਿਹੜੇ ਲੋਕ ਨੇ ਉਹਨਾਂ ਦੀ ਵੀ ਡਿਮਾਂਡਸ ਬਹੁਤ ਹਾਈ ਆ। ਹੁਣ ਉਹਨਾਂ ਨੂੰ ਪੁੱਛੋ ਤੁਹਾਡਾ ਜਿਹੜੇ ਬੱਚੇ ਨੇ ਉਹ ਕਿੰਨਾ ਪੜ੍ਹੇ ਹੋਏ ਨੇ, ਕੋਈ ਕਹਿੰਦਾ ਜੀ 8ਵੀਂ ਪਾਸ ਆ, ਕੋਈ ਕਹਿੰਦਾ 10ਵੀਂ ਪਾਸ ਆ। ਹੁਣ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਜਿਹੜੇ ਨੌਜਵਾਨ ਤੇ ਉਹਨਾਂ ਦੀ ਘਰ ਦੀਆਂ ਐਕਸਪੈਕਟੇਸ਼ਨਸ ਨੇ ਉਹੀ ਕਿਤੇ ਨਾ ਕਿਤੇ ਕਾਫੀ ਹਾਈ ਲੈਵਲ ਤੇ ਨੇ, ਤੇ ਜਿਹੜੇ ਆਪਣੇ ਜਿੱਦਾਂ ਕੁਆਲੀਫਿਕੇਸ਼ਨਸ ਘੱਟ ਨੇ ਤੇ ਐਕਸਪੈਕਟੇਸ਼ਨਸ ਜ਼ਿਆਦਾ ਹੈ ਨੇ। ਕਹਿੰਦੇ ਨੇ ਫਿਰ ਜਿਹੜਾ 8ਵੀਂ ਪਾਸ ਹੁੰਦੇ ਨੇ ਉਹ ਤੁਹਾਨੂੰ ਫਿਰ ਕੀ ਕਹਿੰਦੇ ਹੁੰਦੇ ਨੇ ਵੀ ਸਾਨੂੰ ਕਿਹੜੀ ਜੌਬ ਚਾਹੀਦੀ ਹੈ? ਉਹਦਾ ਜੀ ਇਹੀ, ਹੁਣ ਅਸੀਂ ਕਈ ਘਰਾਂ ਜਾਂਦੇ ਆ ਕਿ ਕੋਈ 8ਵੀਂ ਪਾਸ ਆ ਤੇ ਕੋਈ ਬੀਟੈਕ ਪਾਸ ਆ। ਹੁਣ ਬੀਟੈਕ ਪਾਸ ਵਾਲਾ ਵੀ ਉੱਥੇ ਹੀ ਬੈਠਾ ਤੇ 8ਵੀਂ ਪਾਸ ਵਾਲਾ ਵੀ ਉੱਥੇ ਬੈਠਾ, ਤਾਂ ਹੁਣ ਇਹ ਤਾਂ ਕੰਟਰਾਸਟ ਆ। ਅੱਛਾ, ਆਖਰ ਦੇ ਵਿੱਚ ਮੈਂ ਤੁਹਾਡਾ ਆਖਰੀ ਸਵਾਲ ਹੋਊਗਾ ਵੀ ਜਿਵੇਂ ਹੁਣ ਕੋਟਲੀ ਸਾਹਿਬ ਤੇ ਕਈ ਇਲਜ਼ਾਮ ਵੀ ਲੱਗਦੇ ਰਹੇ ਨੇ ਵੀ ਕਈ ਤਰੱਕੀ ਨਹੀਂ ਹੋਈ ਕੋਈ ਪੰਜਾਬ ਦੇ ਵਿੱਚ ਦੇਖਿਆ ਜਾਵੇ ਤਾਂ, ਕਿ ਖਾਸ ਕਰਕੇ ਖੰਨੇ ਦੇ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਹੈ ਖੰਨੇ ਦੇ ਵਿੱਚ, ਬਹੁਤ ਵੱਡਾ ਸ਼ਹਿਰ ਹੈ, ਆਬਾਦੀ ਬਹੁਤ ਹੈ, 1,70,000 ਦੇ ਕਰੀਬ ਜਿਹੜੀਆਂ ਨੇ ਵੋਟਾਂ ਨੇ ਸਿਰਫ ਖੰਨੇ ਸ਼ਹਿਰ ਦੀਆਂ, ਖੰਨੇ ਤਬਕੇ ਦੀ ਮੈਂ ਗੱਲ ਕਰਾਂ, ਪਰ ਸਾਰਾ ਖੰਨਾ ਪੱਟਿਆ ਪਿਆ। ਕਾਫੀ ਇਲਜ਼ਾਮ ਵੀ ਲੱਗਦੇ ਨੇ ਕੋਟਲੀ ਸਾਹਿਬ ਤੇ ਕਿ ਕੀਤਾ ਕੁਛ ਨਹੀਂ, 1000 ਕਰੋੜ ਜਿਵੇਂ ਦੱਸਦੇ ਨੇ ਕਿ ਗਲੀਆਂ ਤੇ ਲਾਤਾ ਅਸੀਂ, ਪਰ ਲੋਕ ਇਲਜ਼ਾਮ ਇਹ ਲਾਉਂਦੇ ਨੇ ਵੀ ਗਲੀਆਂ ਤੇ ਲਾਇਆ ਪਰ ਗਲੀਆਂ ਸਾਰੀਆਂ ਪੱਟੀਆਂ ਪਈਆਂ ਨੇ, 1000 ਕਰੋੜ ਕਿੱਥੇ ਗਿਆ, ਵੀ ਕਿਤੇ ਖਾ ਤਾਂ ਨਹੀਂ ਲਿਆ, ਕੁਛ ਐਸੇ ਇਲਜ਼ਾਮ ਲੱਗਦੇ ਨੇ। ਫਿਰ ਉਹਨਾਂ ਦਾ ਸਪਸ਼ਟੀਕਰਨ ਕਿਵੇਂ ਦਵੋਗੇ ਤੁਸੀਂ? ਹੁਣ ਜੀ ਦੇਖੋ, ਜੇ ਗੱਲ ਕਰੀਏ ਵਿਕਾਸ ਦੀ, ਪਹਿਲੀ ਗੱਲ ਤਾਂ ਜੇ ਮੈਂ ਵਿਕਾਸ ਪਿਛਲੇ 10 ਸਾਲਾਂ ਦੇ ਵਿੱਚ ਖੰਨੇ ਦੇ ਹੋਏ ਵਿਕਾਸ ਦੀ ਗੱਲ ਕਰੂੰਗਾ ਤਾਂ ਆਪਾਂ ਨੂੰ ਤਾਂ ਇੱਥੇ ਅਨਮਿੱਤਾ ਸਮਾਂ ਲੱਗ ਜੂਗਾ, ਉੱਤੋਂ ਮੈਨੂੰ ਵਿਕਾਸ ਦੀ ਗੱਲ ਕਰਨ ਦੀ ਲੋੜ ਨਹੀਂ, ਵਿਕਾਸ ਜਿਹੜਾ ਹੈਗਾ ਉਹ ਆਪਣੇ ਆਪ ਬੋਲਦਾ। ਜੇ ਆਪਾਂ ਗੱਲ ਕਰੀਏ ਜਿਹੜੀਆਂ ਟਾਈਲਾਂ ਲੱਗੀਆਂ ਨੇ, ਇੰਟਰਲੌਕ ਟਾਈਲਾਂ, ਤੁਸੀਂ ਜੇ ਹਰ ਪਿੰਡ 'ਚ ਦੇਖ ਲਓ ਤਾਂ ਹਰ ਪਿੰਡ ਦੇ ਵਿੱਚ ਹਰ ਛੋਟੀ ਤੋਂ ਛੋਟੀ ਗਲੀ ਦੇ ਵਿੱਚ ਜਿੱਥੇ ਕਾਰ ਵੀ ਨਹੀਂ ਜਾ ਸਕਦੀ ਉੱਥੇ ਇੰਟਰਲੌਕ ਟਾਈਲਾਂ ਲੱਗੀਆਂ ਹੋਈਆਂ ਨੇ। ਫਿਰ ਜੇ ਗੱਲ ਕਰੀਏ ਪਿਛਲੇ 10 ਸਾਲਾਂ ਦੇ ਵਿੱਚ ਜਿਹੜੀ ਇੱਕ ਖੰਨੇ ਦੀ 70 ਸਾਲ ਪੁਰਾਣੀ ਸਮੱਸਿਆ ਸੀ ਸੀਵਰੇਜ ਦੀ, ਉਹਦਾ ਬੜੀ ਚੰਗੀ ਪਲੈਨਿੰਗ ਤੇ ਸਿਸਟਮ ਨਾਲ ਜਿਹੜਾ ਹੱਲ ਹੋਇਆ। ਫਿਰ ਜੇ ਗੱਲ ਕਰੀਏ ਸੀਵਰੇਜ ਰੱਖਣ ਦੀ, ਜੇ ਸੀਵਰੇਜ ਇੰਸਟਾਲ ਕਰਨਾ ਤਾਂ ਸਭ ਤੋਂ ਪਹਿਲਾਂ ਉਹਦੇ ਲਈ ਸੜਕ ਤਾਂ ਪੱਟਣੀ ਪੈਣੀ ਆ। ਸੜਕ ਪੱਟੋਗੇ, ਜੇ ਬਾਰਿਸ਼ ਹੋਊਗੀ ਚਿੱਕੜ ਬਣੂਗਾ ਤਾਂ ਲੋਕ ਉੱਥੇ ਤੰਗ ਹੁੰਦੇ ਆ। ਹੁਣ ਮੇਰਾ ਇਹ ਮੰਨਣਾ ਹੈ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜੇ ਵਿਕਾਸ ਕਰਨਾ, ਜੇ ਅੱਗੇ ਵਧਣਾ ਤਾਂ ਉਹਦੇ ਲਈ ਥੋੜੇ ਟਾਈਮ ਲਈ ਔਖਾ ਹੋਣਾ ਪੈਣਾ, ਪਰ ਉਸ ਤੋਂ ਅੱਗੇ ਕਾਫੀ ਉਹਦੇ ਨਾਲ ਕੰਮ ਸੌਖੇ ਹੋ ਜਾਣੇ ਆ। ਪਰ
ਕਾਫੀ ਟਾਈਮ ਲੰਬਾ ਹੋ ਗਿਆ 5 ਸਾਲ ਖਤਮ ਹੋਣ ਤੇ ਆ ਗਏ ਤੁਸੀਂ ਆਪ ਦੇਖੋ ਵੀ 17 ਦੀਆਂ ਇਲੈਕਸ਼ਨਾਂ ਸੀਗੀਆਂ ਉਸ ਤੋਂ ਬਾਅਦ ਹੁਣ ਆਹ 22 ਦੀਆਂ ਇਲੈਕਸ਼ਨਾਂ ਆ ਗਈਆਂ 5 ਸਾਲ ਦਾ ਟਾਈਮ ਜਿਹੜਾ ਸੀਗਾ ਟਾਈਮ ਇੰਟਰਵਲ ਜਿਹੜਾ ਸੀਗਾ ਉਹ ਨਿਕਲ ਚੁੱਕਾ ਆ ਇੰਨਾ ਟਾਈਮ ਲੱਗ ਜਾਂਦਾ ਹੁੰਦਾ ਇੱਕ ਗਲੀ ਬਣਾਉਣ ਦੇ ਵਿੱਚ ਜਾਂ ਇੰਨਾ ਵਿਕਾਸ ਕਰਨ ਦੇ ਵਿੱਚ ਵੈਸੇ ਨਹੀਂ ਜੀ ਇਹ ਮੈਂ ਮੰਨਦਾ ਦੇਖੋ ਹੁਣ ਜਿਹੜੇ 5 ਸਾਲ ਬੀਤੇ ਆ 5 ਸਾਲ ਚੋਂ ਸਭ ਤੋਂ ਪਹਿਲਾਂ 2 ਸਾਲ ਤੱਕ ਕੰਮ ਹੋਇਆ ਉਸ ਤੋਂ ਬਾਅਦ ਜਿਹੜਾ ਕਰੋਨਾ ਉਹਨੇ ਵੀ ਡੇਢ ਸਾਲ ਜਿਹੜਾ ਹੈਗਾ ਉਹ ਟਾਈਮ ਖਰਾਬ ਕਰਤਾ ਫਿਰ ਜੇ ਐਂਡ 'ਚ ਦੇਖੀਏ ਤਾਂ ਐਂਡ 'ਚ ਜਿਹੜਾ ਸਰਕਾਰ ਦੇ ਪ੍ਰਤੀ ਸੀਐਮ ਜਿਹੜਾ ਫੇਸ ਸੀ ਉਹਦੇ ਵਿੱਚ ਜਿਹੜਾ ਡਾਵਾਂਡੋਲ ਰਿਹਾ ਉਹ ਪਿਛਲੇ ਕਾਫੀ ਟਾਈਮ ਤੋਂ ਸਟਾਰਟ ਹੋ ਗਿਆ ਸੀ ਤਾਂ ਉਹਦੇ ਵਿੱਚ ਵੀ ਥੋੜਾ ਟਾਈਮ ਖਰਾਬ ਹੋਇਆ ਪਰ ਮੈਨੂੰ ਲੱਗਦਾ ਜਿੰਨਾ ਟਾਈਮ ਉਹਨਾਂ ਨੂੰ ਐਜ਼ ਅ ਮਿਨਿਸਟਰ ਦਿੱਤਾ ਗਿਆ ਤੇ ਜਿੰਨਾ ਉਹਨਾਂ ਨੇ ਐਜ਼ ਅ ਮਿਨਿਸਟਰ ਰਹਿ ਕੇ ਕੰਮ ਕੀਤੇ ਨੇ ਕਿ ਉਹਨਾਂ ਨੂੰ ਇੱਕ ਹੋਰ ਮੌਕਾ ਦੇਣਾ ਚਾਹੀਦਾ ਹੈ ਕਿ ਉਹ ਮਿਨਿਸਟਰ ਬਣ ਕੇ ਆਪਣੇ ਆਪ ਨੂੰ ਪ੍ਰੂਵ ਕਰ ਸਕਣ। ਅੱਛਾ ਆਖਰੀ ਸਵਾਲ ਹੋਊਗਾ ਲੋਕ ਕਹਿੰਦੇ ਐਤਕੀ ਆਮ ਆਦਮੀ ਪਾਰਟੀ ਦੀ ਹਵਾ ਬਹੁਤ ਹੈ ਇਹ ਜੀ ਮੈਂ ਵੇਟ ਕਰ ਰਿਹਾ ਸੀ ਕਿ ਤੁਸੀਂ ਮੈਨੂੰ ਇਹ ਕੁਐਸਚਨ ਪੁੱਛੋ ਇਹ ਗੱਲ ਮੈਂ ਸਮਝਦਾ ਕਿ ਪਿਛਲੇ 2017 ਦੇ ਇਲੈਕਸ਼ਨਾਂ 'ਚ ਵੀ ਆਮ ਆਦਮੀ ਦੀ ਇੱਕ ਲਹਿਰ ਜੀ ਉੱਠਦੀ ਆ ਜਿੱਦਾਂ ਬੜੀ ਵੱਡੀ ਲਹਿਰ ਸੀ ਤੇ ਉਹ ਲਹਿਰ ਜਿੰਨਾ ਲੋਕਾਂ ਨੇ ਐਕਸਪੈਕਟ ਕੀਤਾ ਸੀ ਕਿ ਗ੍ਰਾਫ ਸੀਟਾਂ ਦਾ ਉੱਤੇ ਜਾਊਗਾ ਉਹਨਾਂ ਉੱਤੇ ਗਿਆ ਨਹੀਂ ਹੁਣ ਜੇ ਆਪਾਂ ਸਿੱਧੀ ਜੀ ਗੱਲ ਲਈਏ 2017 ਦੇ ਵਿੱਚ ਉਹਨਾਂ ਦੇ 20 ਕੀ 22 ਐਮਐਲਏ ਸੀ ਠੀਕ ਹੈ ਜੀ ਤੇ ਉਹ ਵੀ ਜਿਹੜੇ ਐਮਐਲਏ ਨੇ ਉਹ 5 ਸਾਲਾਂ 'ਚ ਇਕੱਠੇ ਨਹੀਂ ਰਹਿ ਸਕੇ ਹੁਣ ਜਿੰਨੇ ਵੀ ਇੱਥੇ ਲੋਕ ਬੈਠੇ ਸਾਰਿਆਂ ਦੇ ਘਰ 'ਚ ਝਾੜੂ ਤਾਂ ਹੋਊਗਾ ਝਾੜੂ ਨਾਲ ਵਿਹੜਾ ਸਾਫ਼ ਕਰੀਦਾ ਸਾਲ ਨਹੀਂ ਤਾਂ 1.5 ਸਾਲ ਨਹੀਂ ਤਾਂ 2 ਸਾਲ ਬਾਅਦ ਝਾੜੂ ਦੀਆਂ ਤੀਲੀਆਂ ਖਿਲਰਨੀਆਂ ਸ਼ੁਰੂ ਹੋ ਹੀ ਜਾਂਦੀਆਂ ਨੇ ਤਾਂ ਇਹ ਜੇ ਇਹਨਾਂ ਦੀ ਸਰਕਾਰ ਬਣ ਵੀ ਜਾਂਦੀ ਆ ਤਾਂ ਗੱਲ ਸਿਰਫ ਸਮੇਂ ਦੀ ਆ ਕਿ ਇਹ ਕਦੋਂ ਖਿਲਰਦੇ ਆ ਹੁਣ ਦੇਖ ਲਓ 2 ਦਿਨ ਪੁਰਾਣੀ ਗੱਲ ਦੇਖ ਲਓ ਜਿਹੜੇ ਇੱਥੇ ਦੇ ਸਾਡੇ ਐਮਪੀ ਸੀ ਉਹ ਵੀ ਆਪ ਦੇ ਨਾਲ ਜੁੜੇ ਹੋਏ ਸੀ ਪਰ ਉਹ ਵੀ ਆਪ ਨੂੰ ਜਿਹੜਾ ਹੈਗਾ ਛੱਡ ਗਿਆ ਤਾਂ ਇਹਨਾਂ ਦੀ ਜਿਹੜੀ ਪਾਰਟੀ ਆ ਉਹ ਪਿਕ ਐਂਡ ਥਰੋ ਪਾਰਟੀ ਆ ਕਿ ਜਿਹੜੇ ਦੂਸਰੀ ਪਾਰਟੀਆਂ 'ਚੋਂ ਲੋਕਾਂ ਨੇ ਛੱਡੀਆਂ ਹੋਈਆਂ ਨੇ ਜਾਂ ਕੱਢੇ ਹੋਏ ਆ ਉਹ ਇਹਨਾਂ ਦੀ 75% ਪਾਰਟੀ ਫਾਰਮ ਕਰਦੇ ਆ ਤਾਂ ਇੱਕ ਹੋਰ ਜੇ ਮੈਂ ਗੱਲ ਕਹਾਂ ਤਾਂ ਜਿਹੜਾ ਪੰਜਾਬ ਸਟੇਟ ਬਾਰਡਰ ਸਟੇਟ ਹੋਣ ਕਰਕੇ ਕਾਫੀ ਸੈਂਸਿਟਿਵ ਸਟੇਟ ਮੰਨੀ ਜਾਂਦੀ ਆ ਤੇ ਮੇਰਾ ਇਹ ਮੰਨਣਾ ਹੈ ਕਿ ਜੇ ਸਟੇਬਲ ਗਵਰਨਮੈਂਟ ਜਿਹੜੀ ਹੈਗੀ ਆ ਪੰਜਾਬ ਲਈ ਉਹ ਬਹੁਤ ਨੈਸੈਸਰੀ ਆ ਤੇ ਜੇ ਇਦਾਂ ਇਹ ਨਵੀਆਂ ਪਾਰਟੀਆਂ ਕਹਿ ਰਹੀਆਂ ਨੇ ਇੱਕ ਮੌਕਾ ਸਾਨੂੰ ਵੀ ਦਿਓ ਤੇ ਮੈਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਇਹ ਮੌਕਾ ਦੇਣ ਨਾਲ ਕਿਉਂਕਿ ਜਿਹੜੇ ਆ ਰਹੇ ਆ ਲੋਕ ਉਹ ਦਿੱਲੀ ਤੋਂ ਆ ਰਹੇ ਆ ਤੇ ਉਹਨਾਂ ਨੂੰ ਪੰਜਾਬ ਬਾਰੇ ਥੋੜਾ ਘੱਟ ਪਤਾ ਕਿਉਂਕਿ ਜੇ ਤੁਸੀਂ ਦੇਖੋ ਦਿੱਲੀ ਤੇ ਪੰਜਾਬ ਬਹੁਤ ਜ਼ਿਆਦਾ ਡਿਫਰੈਂਟ ਨੇ ਦੋਨੋਂ ਐਗਰੀਕਲਚਰ ਲੈਂਡ ਆ ਉੱਥੇ ਇੰਡਸਟਰੀਜ਼ ਸਾਰੀਆਂ ਉੱਥੇ ਇੰਡਸਟਰੀਜ਼ ਉੱਥੇ ਮਤਲਬ ਕੰਪਲੀਟਲੀ 100% ਸਿਨੈਰੀਓ ਡਿਫਰੈਂਟ ਆ ਤਾਂ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਨਵੀਂ ਸਰਕਾਰ ਆਉਣ ਨਾਲ ਜੇ ਨਵਾਂ ਚੇਂਜ ਆਉਂਦੀ ਆ ਤਾਂ ਉਹਦੇ ਨਾਲ ਜਿਹੜਾ ਲੋਕਤੰਤਰ ਆ ਉਹ ਵੀਕ ਹੁੰਦਾ ਤੇ ਜਿਹੜੀ ਅਮਨ ਸ਼ਾਂਤੀ ਆ ਉਹ ਵੀ ਥੋੜੀ ਜੀ ਡਾਵਾਡੋਲ ਜੀ ਹੁੰਦੀ ਆ ਮੰਨ ਲਓ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਮੰਨ ਲਓ ਫੋਰ ਐਗਜ਼ਾਮਪਲ ਜੇ ਮੰਨ ਲਓ ਬਣ ਗਈ ਐਜ਼ਿਊਮ ਕਰ ਲੈਂਦੇ ਆ ਤੁਹਾਨੂੰ ਲੱਗਦਾ ਪੰਜਾਬ ਦਾ ਭਲਾ ਹੋ ਜਾਊਗਾ ਪੰਜਾਬ ਦੀ ਤਰੱਕੀ ਹੋ ਜਾਊਗੀ ਹੁਣ ਜੀ ਦੇਖੋ ਜਿਹੜੀ ਆਮ ਆਦਮੀ ਪਾਰਟੀ ਆ ਉਹ ਕਹਿੰਦੀ ਆ ਕਿ ਅਸੀਂ ਜੇ ਸਾਡੀ ਸਰਕਾਰ ਆਉਂਦੀ ਆ ਪੰਜਾਬ ਦੇ ਵਿੱਚ ਤਾਂ ਅਸੀਂ ਲੋਕਾਂ ਦੇ ਵਿਕਾਸ ਲਈ ਸਕੂਲ ਤੇ ਹਸਪਤਾਲ ਬਣਾਵਾਂਗੇ ਹੁਣ ਮੈਂ ਉਹਨਾਂ ਨੂੰ ਇਹ ਗੱਲ ਪੁੱਛਣਾ ਚਾਹੁੰਦਾ ਜਦੋਂ ਕਰੋਨਾ ਦੀ ਇੰਨੀ ਭਿਆਨਕ ਬਿਮਾਰੀ ਚੱਲ ਰਹੀ ਸੀ ਤਾਂ ਉਹਨਾਂ ਦਾ ਇੱਕ ਸਿਟਿੰਗ ਐਮਐਲਏ ਸੀ ਜਿਹਨੂੰ ਦਿੱਲੀ ਦੇ ਵਿੱਚ ਬੈੱਡ ਨਹੀਂ ਮਿਲਿਆ ਤੇ ਹੁਣ ਇਹੀ ਤੁਸੀਂ ਕੰਟਰਾਸਟ ਦੇਖੋ ਜੇ ਉਹ ਆਪਣੇ ਐਮਐਲਏ ਦਾ ਇਹ ਹਾਲ ਹੋ ਰਿਹਾ ਤਾਂ ਉਹ ਆਪਣੇ ਵਰਗੇ ਆਮ ਲੋਕਾਂ ਦਾ ਕੀ ਬਣੂਗਾ ਉਹ ਕਹਿ ਤਾਂ ਰਹੇ ਆ ਇੱਕ ਮੌਕਾ ਸਾਨੂੰ ਵੀ ਦਿਓ ਬਟ ਇਹ ਦੋਨੋਂ ਗੱਲਾਂ ਉਹਨਾਂ ਦੀਆਂ ਦੁਆਰਾ ਮੈਚ ਨਹੀਂ ਹੋ ਰਹੀਆਂ ਹੈਗੀਆਂ ਬਹੁਤ ਬਹੁਤ ਧੰਨਵਾਦ ਰੌਣਕ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਚੰਗਾ ਲੱਗਾ ਸੋ ਇਹ ਸਨ ਰੌਣਕ ਸਿੰਘ ਜੋਹਲ ਮੈਂ ਉਮੀਦ ਕਰਦਾ ਗੱਲਬਾਤ ਚੰਗੀ ਲੱਗੀ ਹੋਊਗੀ ਕਿਉਂਕਿ ਯੂਥ ਨਾਲ ਗੱਲਬਾਤ ਕਰਨੀ ਇਸ ਕਰਕੇ ਚਾਹੀ ਸੀ ਯੂਥ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨ ਦੇ ਵਿੱਚ ਬਹੁਤ ਅਹਿਮ ਰੋਲ ਅਦਾ ਕਰਦਾ ਆ ਸੋ ਇਹ ਸਨ ਰੌਣਕ ਮੈਂ ਉਮੀਦ ਕਰਦਾ ਗੱਲਬਾਤ ਚੰਗੀ ਲੱਗੀ ਹੋਊਗੀ ਗੱਲਬਾਤ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਐਸੀਆਂ ਹੋਰ ਸ਼ਖਸੀਅਤਾਂ ਨਾਲ ਸਮੇਂ-ਸਮੇਂ ਸਿਰ ਤੁਹਾਨੂੰ ਮਿਲਾਉਂਦਾ ਰਹੂੰਗਾ ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬਾਲ ਨੂੰ ਦਿਓ ਇਜਾਜ਼ਤ ਤੇ ਵੇਖਦੇ ਰਹੋ ਪੰਜਾਬ ਨਿਊਜ਼ ਧੰਨਵਾਦ